ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮੇਘਾ ਨੂੰ ਫੁਰਮਾਨ ਹੋਆ, ਵਰਸੋ ਕਿਰਪਾ ਧਾਰ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮੇਘਾ ਨੂੰ ਫੁਰਮਾਨ ਹੋਆ, ਵਰਸੋ ਕਿਰਪਾ ਧਾਰ। ਹਉ ਤਿਨ ਕਾ ਬਲਿਹਾਰਣ, ਜਿਨੀ ਸੱਚ ਰਖਿਆ ਪੁਰ ਧਾਰ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕਾ ਸ਼ਬਦ ਵਿਚਾਰ। ਹਉ ਤਿਨ ਕੈ ਬਲਿਹਾਰਣ, ਜਿਨੀ ਸੱਚ ਰਖਿਆ ਪੁਰ ਧਾਰ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕਾ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸ਼ਬਦ ਅਵਤਾਰ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਜੋ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਨ੍ਹਾਂ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਅਤੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੂੰ ਸਰਵਣ ਕਰਵਾ ਰਹੇ ਸਨ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦਾ ਰਾਗੀ ਜਥਾ। ਉਸ ਤੋਂ ਉਪਰੰਤ ਆਪ ਜੀਆਂ ਨੇ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਲੋਕ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ
ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਓ ਬਖਸ਼ਿਸ਼ ਕਰਨ। ਪਿਆਰ ਸਹਿਤ ਆਓ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਦਾ ਜੋ ਪਾਵਨ ਪਵਿੱਤਰ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦਾ, ਇਸ ਸ਼ਲੋਕ ਵਿੱਚ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਜਦੋਂ ਜੀਵ ਰੂਪੀ ਪਪੀਹੇ ਨੇ ਅੰਮ੍ਰਿਤ ਵੇਲੇ ਉਸ ਮਾਲਕ ਦੇ ਦਰ ਤੇ ਪੁਕਾਰ ਕੀਤੀ ਹੈ, ਤਾਂ ਉਸ ਮਾਲਕ ਨੇ ਕਿਰਪਾ ਕਰਕੇ ਗੁਰੂ ਰੂਪ ਬੱਦਲ ਨੂੰ ਹੁਕਮ ਕੀਤਾ ਕਿ ਇਸ ਜੀਵ ਪਪੀਹੇ ਦੇ ਉੱਤੇ ਕਿਰਪਾ ਕਰੋ, ਇਹਦੀ ਪੁਕਾਰ ਨੂੰ ਸੁਣੋ, ਇਹ ਕੀ ਕਹਿ ਰਿਹਾ ਹੈ। ਤੇ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਹੁਕਮ ਅਨੁਸਾਰ ਗੁਰੂ ਰੂਪ ਬੱਦਲ ਨੇ ਉਸ ਜੀਵ ਰੂਪੀ ਪਪੀਹੇ ਦੇ ਉੱਤੇ ਕਿਰਪਾ ਕਰ ਦਿੱਤੀ ਤੇ ਰਹਿਮਤ ਦਾ ਮੀਂਹ ਵਰਸਾ ਦਿੱਤਾ। ਤੇ ਸਾਹਿਬ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਫਿਰ ਉਸ ਜੀਵ ਰੂਪੀ ਪਪੀਹੇ ਤੋਂ ਬਲਿਹਾਰ ਜਾਣ ਨੂੰ ਜੀ ਕਰਦਾ ਹੈ, ਸਦਕੇ ਜਾਣ ਨੂੰ ਜੀ ਕਰਦਾ ਹੈ, ਜਿਹਦੀ ਅਰਜ਼ੋਈ ਮਾਲਕ ਪ੍ਰਭੂ ਦੇ ਦਰ ਉੱਤੇ ਪਹੁੰਚ ਗਈ ਤੇ ਜਿਸ ਨੇ ਮਾਲਕ ਦੇ ਦਰ ਤੋਂ ਰਹਿਮਤ ਨੂੰ ਪ੍ਰਾਪਤ ਕਰ ਲਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਅੰਮ੍ਰਿਤ ਵੇਲਾ ਤੇ ਅਰਦਾਸ, ਅੱਜ ਦਾ ਸ਼ਬਦ ਜਿਹੜਾ ਹੈ ਉਹਦੇ ਵਿੱਚ ਦੋ ਪ੍ਰਕਰਮ ਹਨ, ਇੱਕ ਅੰਮ੍ਰਿਤ ਵੇਲਾ, ਇੱਕ ਪੁਕਾਰ। ਪਹਿਲਾਂ ਅਸੀਂ ਅੰਮ੍ਰਿਤ ਵੇਲੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਦੇਖਾਂਗੇ, ਜਿਨ੍ਹਾਂ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਦੀ ਮਹਾਨਤਾ ਦਰਸਾਉਂਦੇ ਨੇ ਕਿ ਕਿਤਨਾ ਜ਼ਰੂਰੀ ਹੈ। ਬਾਬਾ ਫਰੀਦ ਸਾਹਿਬ ਜੀ ਦਾ ਬੜਾ ਪਾਵਨ ਪਵਿੱਤਰ ਬਚਨ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਪਿਛਲ ਰਾਤ ਨਾ ਜਾਗਿਓ। ਪਿਛਲ ਰਾਤ ਦਾ ਮਤਲਬ ਅੰਮ੍ਰਿਤ ਵੇਲਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਜਿਹੜੇ ਜੀਵ ਪਿਛਲ ਰਾਤ ਭਾਵ ਕਿ ਅੰਮ੍ਰਿਤ ਵੇਲੇ ਨਹੀਂ ਉੱਠਦੇ, ਜੀਵ ਅੰਦੜੇ ਮੋਏ ਹੋਏ। ਬਾਬਾ ਫਰੀਦ ਸਾਹਿਬ ਨੇ ਇਹ ਕਹਿ ਦਿੱਤਾ ਕਿ ਉਹ ਵੱਖਰੀ ਗੱਲ ਹੈ ਕਿ ਸਮਾਜ ਵਿੱਚ ਉਹਨਾਂ ਨੂੰ ਤੁਸੀਂ ਜਿਉਂਦਿਆਂ ਦੀ ਗਿਣਤੀ ਵਿੱਚ ਗਿਣਦੇ ਹੋਵੋਗੇ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਹੀਂ, ਜਿਉਂਦਿਆਂ ਵਿੱਚ ਨਹੀਂ, ਉਹ ਤੇ ਮੋਇਆਂ ਦੇ ਸਮਾਨ ਨੇ। ਫਰੀਦਾ ਪਿਛਲ ਰਾਤ ਨਾ ਜਾਗੇ ਹੋਏ, ਜੀਵੰਦੜੋ ਮੋਏ ਹੋਏ, ਜੈ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਜਿਨ੍ਹਾਂ ਨੇ ਉਸ ਮਾਲਕ ਪ੍ਰਭੂ ਪਰਮਾਤਮਾ ਦੀ ਜਦੋਂ ਵਡਿਆਈ ਕਰਨ ਦਾ ਸਮਾਂ ਸੀ, ਉਹ ਸਮਾਂ ਉਹਨਾਂ ਨੇ ਸੌਂ ਕੇ ਲਗਾ ਦਿੱਤਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਕਿਵੇਂ ਜਿਉਂਦਿਆਂ ਵਿੱਚ ਗਿਣ ਲਵਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਅੰਮ੍ਰਿਤ ਵੇਲੇ ਦੀ ਪ੍ਰੇਰਨਾ ਕਰਦਿਆਂ ਹੋਇਆਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਭਾਈ ਉਹ ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਵੇ ਉਦੋਂ ਸੌਂ ਕੇ ਨਹੀਂ, ਉਦੋਂ ਮਾਲਕ ਦੀ ਵਡਿਆਈ ਕਰਨੀ ਹੈ। ਝਾਲਾਂਗੇ ਉੱਠ ਨਾਮ ਜਪ। ਝਾਲਾਂਗੇ ਦਾ ਭਾਵ ਵੀ ਅੰਮ੍ਰਿਤ ਵੇਲਾ ਹੀ ਹੈ। ਝਾਲਾਂਗੇ ਉੱਠ ਨਾਮ ਜਪ, ਨਿਸਬਾਸੁਰ ਆਰਾਧ, ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਪਾਦ। ਐ ਭਾਈ ਤੂੰ ਚਿੰਤਾ ਝੋਰਿਆਂ ਤੋਂ ਜੇ ਬਚਣਾ ਚਾਹੁੰਦਾ ਹੈ, ਜੇ ਤੂੰ ਆਦੀਆਂ ਉਵਾਦੀਆਂ ਵਿਆਧੀਆਂ ਤੋਂ ਬਚਣਾ ਚਾਹੁੰਦਾ ਹੈ, ਤੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਪ੍ਰਭੂ ਦੀ ਵਡਿਆਈ ਕਰ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਪਜੀ ਸਾਹਿਬ ਦੀ ਚੌਥੀ ਪੌੜੀ ਵਿੱਚ ਕਿਰਪਾ ਕਰਦੇ ਨੇ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖ ਹੈ ਮੰਗ ਹੈ ਦੇਹੇ ਦੇਹੇ, ਦਾਤ ਕਰੇ ਦਾਤਾਰ। ਫੇਰ ਕਿ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਕੀ ਉਹਦੇ ਅੱਗੇ ਰੱਖੀਏ ਮਾਲਕ ਦੇ, ਉਹਦਾ ਦਰਬਾਰ ਦਿਸ ਪਵੇ। ਮੂੰਹੋਂ ਕੇ ਬੋਲਣ ਬੋਲੀਏ, ਕੀ ਮੁਖ ਦੇ ਵਿੱਚੋਂ ਬੋਲੀਏ। ਜਿਤ ਸੁਣ ਧਰੇ ਪਿਆਰ, ਜਿਸ ਨੂੰ ਸੁਣ ਕੇ ਉਹ ਸਾਨੂੰ ਪਿਆਰ ਕਰਨ ਲੱਗ ਪਵੇ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹ ਕੀ ਕਰਨਾ ਚਾਹੀਦਾ ਹੈ ਮਾਲਕ ਦੇ ਦਰ ਦੀ ਰਹਿਮਤ ਲੈਣ ਵਾਸਤੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭਈ ਅੰਮ੍ਰਿਤ ਵੇਲੇ ਉਸ ਮਾਲਕ ਦੀ ਵਡਿਆਈ ਕਰਨੀ ਚਾਹੀਦੀ ਹੈ। ਅੱਜ ਦੇ ਸਾਡੇ ਵਿਦਵਾਨਾਂ ਨੇ
ਅੰਮ੍ਰਿਤ ਵੇਲੇ ਨੂੰ ਵੀ ਜਿਹੜਾ ਰੱਦ ਕਰ ਦਿੱਤਾ ਹੈ। ਪਤਾ ਨਹੀਂ ਕੀ ਰੱਦ ਕਰਨਾ, ਅਜੇ ਉਹਨਾਂ ਨੇ ਅੰਮ੍ਰਿਤ ਵੇਲਾ ਵੀ ਰੱਦ ਕਰ ਦਿੱਤਾ। ਕਹਿੰਦੇ ਕੋਈ ਅੰਮ੍ਰਿਤ ਵੇਲਾ ਹੁੰਦਾ ਹੀ ਨਹੀਂ, ਕਾਹਦਾ ਅੰਮ੍ਰਿਤ ਵੇਲਾ ਹੈ, ਜਦੋਂ ਬਾਣੀ ਪੜ੍ਹੋ ਉਦੋਂ ਹੀ ਅੰਮ੍ਰਿਤ ਵੇਲਾ। ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਬਾਣੀ ਪੜ੍ਹੋ ਉਦੋਂ ਹੀ ਬਾਣੀ ਨੇ ਅੰਮ੍ਰਿਤ ਵੇਲਾ ਬਣਾ ਦੇਣਾ ਹੈ। ਇਹ ਬਿਲਕੁਲ ਠੀਕ ਹੈ ਕਿ ਜਦੋਂ ਸਿੱਖ ਬਾਣੀ ਪੜ੍ਹਦਾ ਹੈ ਉਦੋਂ ਹੀ ਬਾਣੀ ਦਾ ਜਦੋਂ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਸਿੱਖ ਉਦੋਂ ਹੀ ਅੰਮ੍ਰਿਤ ਵੇਲਾ ਬਣਾ ਲੈਂਦਾ ਹੈ। ਪਰ ਇੱਕ ਸਮਾਂ ਹੈ ਜਿਹੜਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਅੰਦਰ ਨਿਯਤ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਛੋਗਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਈ ਮੈਂ ਸਿੱਖਾ ਤੇਰਾ ਟਾਈਮ ਟੇਬਲ ਬਣਾ ਦਿੱਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਸਿੱਖ ਜੇ ਆਪਣੇ ਆਪ ਨੂੰ ਕੋਈ ਅਖਵਾਉਂਦਾ ਹੈ ਤੇ ਉਹਦਾ ਟਾਈਮ ਟੇਬਲ ਬਣਾ ਦਿੱਤਾ ਗੁਰੂ ਰਾਮਦਾਸ ਜੀ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਭਈ ਜਿਹੜੇ ਇਹ ਗੱਲ ਕਹਿੰਦਾ ਕਿ ਜੇ ਉਹਨੂੰ ਪੁੱਛੋ ਤੁਸੀਂ ਕੌਣ ਆ ਜੀ, ਮੈਂ ਸਿੱਖ ਹਾਂ ਗੁਰੂ ਦਾ, ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕੇਵਲ ਗੱਲੀ ਬਾਤੀ ਨਾ ਬਣ, ਜੇ ਤੂੰ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਤੇ ਫਿਰ ਆਪ ਕੁਝ ਕਰਨਾ ਪਏਗਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਲੈ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਇਹਦਾ ਮਤਲਬ ਚੜ੍ਹੈ ਦਿਵਸ ਦਾ ਮਤਲਬ ਇਹ ਬਣ ਗਿਆ ਕਿ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਪਰਮਾਤਮਾ ਦੀ ਵਡਿਆਈ ਕਰ, ਪਰਮੇਸ਼ਰ ਦੀ ਸਿਫਤ ਸਲਾਹ ਕਰ, ਫਿਰ ਜਦੋਂ ਦਿਨ ਚੜ੍ਹ ਜਾਂਦਾ ਤੇ ਬਾਣੀ ਤੋਂ ਟੁੱਟਣਾ ਨਹੀਂ ਹੈ। ਦਿਨ ਚੜ੍ਹੇ ਤੋਂ ਭਾਵ ਹੈ ਦਿਨ ਚੜ੍ਹਨ ਤੋਂ ਬਾਅਦ ਜਦੋਂ ਕੰਮ ਕਾਰ ਵਿੱਚ ਤੂੰ ਰੁੱਝ ਜਾਵੇਂ ਉਦੋਂ ਵੀ ਮਾਲਕ ਦੀ ਵਡਿਆਈ ਕਰਦਾ ਰਵੀਂ, ਉਦੋਂ ਵੀ ਉਹਨੂੰ ਯਾਦ ਰੱਖੀ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਅੰਮ੍ਰਿਤ ਵੇਲੇ ਜਿਹੜਾ ਸਮਾਂ ਅੱਧਾ ਘੰਟਾ, ਪੌਣਾ ਘੰਟਾ, ਚਾਹੇ 2 ਘੰਟੇ, ਜਿੰਨਾ ਸਮਾਂ ਵੀ ਤੂੰ ਲਾਇਆ ਹੈ ਵੀ ਉਹ ਸਮਾਂ ਲਾ ਕੇ ਬਾਅਦ ਵਿੱਚ ਤੂੰ ਮੁੜ ਕੇ ਸਾਰਾ ਦਿਨ ਗੱਪਾਂ ਨਾ ਮਾਰੀ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਸਾਰਾ ਦਿਨ ਉਸ ਮਾਲਕ ਨੂੰ ਯਾਦ ਰੱਖੀ, ਆਪਣਾ ਕੰਮਕਾਰ ਕਿਰਤ ਵਿਰਤ ਕਰਦਿਆਂ ਹੋਇਆਂ ਉਸ ਮਾਲਕ ਦੀ ਵਡਿਆਈ ਤੂੰ ਕਰਦਾ ਰਵੀਂ, ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਰਵੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸਾਨੂੰ ਅੰਮ੍ਰਿਤ ਵੇਲੇ ਸੰਬੰਧੀ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਹੋਰ ਵੀ ਪ੍ਰਮਾਣ ਦਿੱਤੇ ਹਨ। ਸਤਿਗੁਰੂ ਮਹਾਰਾਜ ਜੀ ਕਹਿੰਦੇ ਚਿੜੀ ਚੁੱਕੀ ਪਹੁ ਫੁੱਟੀ ਵਗਨ ਬੌਧ ਤਰੰਗ। ਭਈ ਜਦੋਂ ਜਾਨਵਰ ਚਿੜੀਆਂ ਜਨੌਰ ਉੱਠ ਪੈਂਦੇ ਨੇ ਉਹ ਵੀ ਆਪਣੇ ਉੱਠ ਕੇ ਮਾਲਕ ਦੀ ਵਡਿਆਈ ਸਿਫਤ ਵਿੱਚ ਜੁੜ ਜਾਂਦੇ ਹਨ ਤੇ ਨਾਲ ਨਾਲ ਉਹ ਆਪਣੇ ਖਾਣੇ ਦਾ ਪ੍ਰਬੰਧ ਕਰਦੇ ਨੇ, ਨਾਲ ਨਾਲ ਮਾਲਕ ਦੀਆਂ ਵਡਿਆਈਆਂ ਕਰਦੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨਾਂ ਵੱਲੇ ਦੇਖ, ਉਹਨਾਂ ਚਿੜੀ ਜਨੌਰਾਂ ਵੱਲੇ ਵੇਖ ਕੇ ਤੂੰ ਵੀ ਉੱਠ, ਅੰਮ੍ਰਿਤ ਵੇਲੇ ਉੱਠ ਕੇ ਸੰਭਾਲ ਇਸ ਸਮੇਂ ਨੂੰ। ਜਿਹੜੇ ਆਪਣੇ ਆਪ ਹੀ ਜਾਨਵਰ ਉੱਠਦੇ ਨੇ ਤੇਰੇ ਕੋਲੇ ਤਾਂ ਉੱਠਣ ਦੇ ਕਈ ਸਾਧਨ ਹਨ ਜਿਹੜੇ ਤੂੰ ਉਹਨਾਂ ਸਾਧਨਾਂ ਰਾਹੀਂ ਵੀ ਆਪਣੇ ਆਪ ਨੂੰ ਜਗਾ ਸਕਦਾ ਹੈ। ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਅੰਮ੍ਰਿਤ ਵੇਲੇ ਸੰਬੰਧੀ ਹੋਰ ਵੀ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਨੇ ਕਿ ਚੌਥੇ ਪਹਿਰ ਸੁਬਹ ਕੇ ਸੁਰਤਿਆਂ ਉਪਜੇ ਚਾਉ। ਚੌਥਾ ਪਹਿਰ ਵੀ ਅੰਮ੍ਰਿਤ ਵੇਲੇ ਨੂੰ ਕਿਹਾ ਗਿਆ ਹੈ। ਤੇ ਸਾਹਿਬ ਜੀ ਕਹਿੰਦੇ ਤਿਨਾਂ ਦਰਿਆਵਾਂ ਸਿਓ ਦੋਸਤੀ, ਫਿਰ ਪਾਣੀ ਨਾਲ ਦਰਿਆ ਤੋਂ ਭਾਵ ਹੈ ਜਿੱਥੇ ਜਲ ਦਾ ਪ੍ਰਬੰਧ ਹੈ ਉੱਥੇ ਫਿਰ ਸਿੱਖ ਜਾਂਦਾ ਇਸ਼ਨਾਨ ਕਰਦਾ ਹੈ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਫਿਰ ਮਨ ਕਰਕੇ ਮੁਖ ਕਰਕੇ ਸੱਚੇ ਮਾਲਕ ਪ੍ਰਭੂ ਪਰਮਾਤਮਾ ਦੀ ਵਡਿਆਈ ਸਿਫਤ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੰਮ੍ਰਿਤ ਵੇਲੇ ਦੇ ਸੰਬੰਧੀ ਬੜੇ ਪਿਆਰੇ ਬਚਨ ਕਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਮੰਦਾ। ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਉਹ ਇਸ਼ਨਾਨ ਕਰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਮੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ। ਧਰਮਸ਼ਾਲ ਭਾਵ ਅੱਜ ਜਿਵੇਂ ਅਸੀਂ ਗੁਰਦੁਆਰਾ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਉੱਠਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਫਿਰ ਕੀ ਕਰਦਾ, ਗੁਰ ਕੇ ਬਚਨ ਉਚਾਰ ਕੇ। ਇਹਦਾ ਮਤਲਬ ਉੱਠਦਿਆਂ ਸਾਰ ਸਿੱਖ ਨੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਗੁਰੂ ਦਾ ਬਚਨ ਜਿਹੜਾ ਗੁਰੂ ਦਾ ਸ਼ਬਦ ਗੁਰ ਮੰਤਰ ਦਾ ਜਾਪ ਉਦੋਂ ਸ਼ੁਰੂ ਕਰ ਦਿੱਤਾ। ਸਿੱਖ ਨੇ ਉੱਠਦਿਆਂ ਸਾਰ ਹੀ ਸ਼ੁਰੂ ਕਰ ਦਿੱਤਾ। ਤੇ ਭਾਈ ਸਾਹਿਬ ਜੀ ਕਹਿੰਦੇ ਫਿਰ ਜਦੋਂ ਗੁਰੂ ਘਰ ਆਇਆ ਧਰਮਸ਼ਾਲ ਵਿੱਚ ਗਿਆ ਤੇ ਗੁਰੂ ਜਪਦਾ ਹੀ ਧਰਮਸ਼ਾਲ ਤੱਕ ਪਹੁੰਚਿਆ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਧਰਮਸ਼ਾਲ ਦੀ ਸੁਰਤ ਕਰਨ ਦਾ ਭਾਵ ਕਿ ਤੁਰ ਪੈਂਦਾ ਹੈ ਧਰਮਸ਼ਾਲ ਵਾਲੇ ਬੰਨੇ ਨੂੰ। ਤੇ ਭਾਈ ਗੁਰਦਾਸ ਕਹਿੰਦੇ ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਨੰਦਾ। ਭਾਈ ਸਾਹਿਬ ਕਹਿੰਦੇ ਫਿਰ ਧਰਮਸ਼ਾਲ ਗੁਰਦੁਆਰੇ ਵਿੱਚ ਜਾਂਦਾ ਹੈ, ਉੱਥੇ ਜਾ ਕੇ ਫਿਰ ਗੁਰੂ ਦੀ ਬਾਣੀ ਨੂੰ, ਗੁਰੂ ਦੇ ਬਚਨਾਂ ਨੂੰ ਬੜੇ ਪ੍ਰੇਮ ਦੇ ਨਾਲ, ਜੇ ਕੀਰਤਨ ਹੁੰਦਾ ਹੋਵੇ, ਚਾਹੇ ਪਾਠ ਹੁੰਦਾ ਹੋਵੇ ਗੁਰਬਾਣੀ ਦਾ, ਚਾਹੇ ਕਥਾ ਹੁੰਦੀ ਹੋਵੇ, ਉਹਦੀ ਮਾਲਕ ਦੀ ਵਡਿਆਈ ਹੋ ਰਹੀ ਗੁਰਦੁਆਰੇ ਵਿੱਚ ਜਿਸ ਰੂਪ ਵਿੱਚ ਵੀ ਹੋ ਰਹੀ ਹੈ, ਫਿਰ ਬੜੇ ਪ੍ਰੇਮ ਨਾਲ, ਬੜੇ ਪਿਆਰ ਨਾਲ ਉਸ ਨੂੰ ਉਹ ਜਾ ਕੇ ਸੁਣਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸ਼ੰਕਾ ਮਨੋਂ ਮਟਾਏ ਕੇ ਗੁਰਸਿੱਖਾਂ ਦੀ
ਸੇਵ ਕਰਨ ਦਾ। ਮਨ ਵਿੱਚ ਕੋਈ ਸ਼ੱਕ ਨਹੀਂ ਹੁੰਦਾ, ਕੋਈ ਸ਼ੰਕਾ ਨਹੀਂ ਹੁੰਦੀ, ਤੇ ਮਨ ਦੇ ਸਾਰੇ ਸ਼ੰਕੇ ਮਿਟਾ ਕੇ ਉਹ ਗੁਰਸਿੱਖਾਂ ਦੀ ਸੇਵਾ ਕਰਦਾ। ਗੁਰਸਿੱਖਾਂ ਦੀ ਸੇਵਾ ਤੋਂ ਭਾਵ ਇਹ ਬਣ ਗਿਆ ਜਿਵੇਂ ਲੰਗਰ ਦੀ ਸੇਵਾ, ਉਹ ਵਰਤਾਉਣ ਦੀ, ਬਣਾਉਣ ਦੀ, ਛਕਾਉਣ ਦੀ ਆਦਿਕ, ਜਾਂ ਉਸ ਵੇਲੇ ਦੇ ਪ੍ਰਬੰਧ ਹੋਰ ਸਨ, ਅੱਜ ਵੇਲੇ ਦੇ ਹੋਰ ਨੇ। ਉਹਨਾਂ ਸਮਿਆਂ 'ਚ ਜਿਵੇਂ ਪੱਖਾ ਝੱਲਣਾ ਸੰਗਤਾਂ ਨੂੰ, ਤੇ ਦਰੀਆਂ ਤੱਪੜ ਝਾੜਨੇ ਵਿਛਾਉਣੇ। ਸੋ ਇਸ ਤਰ੍ਹਾਂ ਕਰਕੇ ਜਿਵੇਂ ਅੱਜ ਪੱਖਿਆਂ ਦੀ ਲੋੜ ਨਹੀਂ ਪੈਂਦੀ, ਇਹ ਸਿਆਲ ਹੈ ਤੋ ਹੀਟ ਬਣੀ ਹੋਈ ਹੈ, ਗਰਮੀ ਹੋਏਗੀ ਤੇ ਏਸੀ ਚੱਲ ਪੈਣਾ। ਇਸ ਕਰਕੇ ਉਹ ਚੀਜ਼ ਜਿਹੜੀ ਹੈ ਉਹ ਹੱਥੀਂ ਸੇਵਾ ਵਾਲੀ ਸਾਡੀ ਉਹ ਤਾਂ ਖਤਮ ਹੋਈ। ਪਰ ਹੋਰ ਗੁਰੂ ਘਰ ਵਿੱਚ ਬੇਅੰਤ ਸੇਵਾਵਾਂ ਨੇ, ਬਹੁਤ ਸੇਵਾ ਨੇ। ਇੱਥੇ ਜਿਹੜੇ ਮੈਟ ਵਿਛੇ ਨੇ ਇਹਨਾਂ ਨੂੰ ਜਿਹੜਾ ਉਸ ਵੇਲੇ ਤੱਪੜ ਝਾੜ ਕੇ ਵਿਛਾਉਣੇ ਸੀ, ਅੱਜ ਝਾੜਨੇ ਨਹੀਂ ਪੈਂਦੇ, ਅੱਜ ਮਸ਼ੀਨ ਫੇਰ ਕੇ ਇਹਨੂੰ ਸਾਫ਼ ਕਰ ਲਿਆ ਜਾਂਦਾ। ਸੇਵਾ ਦਾ ਥੋੜ੍ਹਾ ਜਿਹਾ ਢੰਗ ਤਰੀਕਾ ਬਦਲਿਆ, ਪਰ ਸੇਵਾ ਖਤਮ ਨਹੀਂ ਹੋਈ ਗੁਰੂ ਘਰਾਂ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼ੰਕਾ ਮਨੋਂ ਮਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ। ਫਿਰ ਕੀ ਕਰਦਾ ਮੁੜ ਕੇ? ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ। ਫਿਰ ਆਪਣੀ ਉਹ ਧਰਮ ਦੀ ਕਿਰਤ ਕਰਦਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਫਿਰ ਜੋ ਪ੍ਰਸ਼ਾਦ ਹੈ, ਪ੍ਰਸ਼ਾਦ ਪਾਣੀ ਆਪ ਛਕਦਾ ਹੈ। ਗੁਰਸਿੱਖਾਂ ਦੀ ਸੇਵਾ ਵੀ ਪ੍ਰਸ਼ਾਦੇ ਪਾਣੀ ਰਾਹੀਂ ਕਰਦਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਗੁਰਸਿੱਖਾਂ ਨੂੰ ਦੇ ਕਰ ਪਿੱਛਿਓਂ ਬਚਿਆ, ਆਪ ਖਵੰਦਾ ਗੁਰਸਿੱਖਾਂ ਦੀ ਸੇਵਾ ਕਰਦਾ ਹੈ, ਉਹਨਾਂ ਨੂੰ ਜਲ ਪਾਣੀ ਛਕਾਉਂਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਆਪ ਵੀ ਛਕਦਾ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਹੋਰ ਪੌੜੀ ਵਿੱਚ ਅੰਮ੍ਰਿਤ ਵੇਲੇ ਦੀ ਮਹਾਨਤਾ ਦਰਸਾਉਂਦਿਆਂ ਭਾਈ ਸਾਹਿਬ ਕਹਿੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਭਾਈ ਸਾਹਿਬ ਕਹਿੰਦੇ, ਮੈਂ ਸਦਕੇ ਜਾਵਾਂ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਉਹਨਾਂ ਤੋਂ ਜਿਹੜੇ ਪਿਛਲ ਰਾਤ ਉੱਠ ਬਹਿੰਦੇ ਹਨ। ਤੇ ਕੀ ਕਰਦੇ ਨੇ ਪਿਛਲ ਰਾਤ ਉੱਠ ਕੇ? ਭਾਈ ਸਾਹਿਬ ਕਹਿੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਵੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚਲ ਜਾਏ ਜੁੜੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰ ਪੁਰਬ ਕਰੰਦੇ। ਤੇ ਭਾਈ ਸਾਹਿਬ ਕਹਿੰਦੇ, ਗੁਰ ਸੇਵਾ ਫਲ ਸੋ ਫਲ ਫਲੰਦੇ। ਇਹਦਾ ਮਤਲਬ ਹੈ ਕਿ ਗੁਰਬਾਣੀ ਅੰਦਰ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਅੰਮ੍ਰਿਤ ਵੇਲੇ ਦੀ ਬੜੀ ਮਹੱਤਤਾ ਦਰਸਾਈ ਹੈ ਕਿ ਭਾਈ ਅੰਮ੍ਰਿਤ ਵੇਲਾ ਬੜਾ ਜ਼ਰੂਰੀ ਹੈ, ਇਸ ਨੂੰ ਸੰਭਾਲਣਾ ਚਾਹੀਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜੇ ਅੰਮ੍ਰਿਤ ਵੇਲਾ ਤੂੰ ਸੌਂ ਕੇ ਨਗਾ ਦਿੱਤਾ, ਲੰਘ ਗਿਆ ਤੇਰਾ ਇਹ ਸਮਾਂ, ਤੇ ਸਮਝ ਲਾ ਤੂੰ ਜਿਉਂਦਿਆਂ ਵਿੱਚ ਨਹੀਂ, ਤੂੰ ਮੁਰਦਿਆਂ ਦੇ ਵਿੱਚ ਹੈ, ਜਿੰਦਿਆਂ ਵਿੱਚ ਤੇਰੀ ਗਿਣਤੀ ਨਹੀਂ ਆ ਸਕਦੀ। ਕਿਉਂਕਿ ਜਿੰਦਾ ਜਿਹੜਾ ਜੀਵ ਹੈ ਉਹ ਅੰਮ੍ਰਿਤ ਵੇਲੇ ਸੌਂਦਾ ਨਹੀਂ, ਤੇ ਉੱਠ ਕੇ ਆਪਣੇ ਮਾਲਕ ਦੀ ਵਡਿਆਈ ਕਰਦਾ ਹੈ, ਸਿਫਤ ਕਰਦਾ ਹੈ। ਇੱਕ ਬਚਨ ਹੋਰ ਲੈ ਕੇ ਫਿਰ ਆਪਾਂ ਅਰਦਾਸ ਵਾਲਾ ਪੱਖ ਲਵਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਮੇਰੇ ਸਾਹਿਬ ਜੀ ਕਹਿੰਦੇ, ਜੇ ਕੋਈ ਇਹ ਪੁੱਛੇ ਕਿ ਅੰਮ੍ਰਿਤ ਵੇਲੇ ਦੀ ਜੀ ਕਿੰਨੀ ਕੁ ਮਹਾਨਤਾ ਹੋਰ ਹੈ, ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ। ਰਾਗ ਮਾਰੂ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉੱਥੇ ਸ਼ਬਦ ਵਰਤਿਆ ਹੈ। ਦੋ ਪੰਕਤੀਆਂ ਦਾ ਉਚਾਰਨ ਕਰਨ ਤੋਂ ਪਹਿਲਾਂ ਉਹਦਾ ਸਿਰਲੇਖ ਹੈ ਸ਼ਬਦ, ਤੇ ਸ਼ਬਦ ਦੇ ਸਿਰਲੇਖ ਹੇਠ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਜੇ ਕੋਈ ਇਹ ਪੁੱਛੇ ਕਿ ਅੰਮ੍ਰਿਤ ਵੇਲੇ ਦੀ ਕਿੰਨੀ ਕੁ ਵੱਡੀ ਮਹੱਤਤਾ ਹੈ, ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਵਡਿਆਈ ਕਰੇ, ਤੇ ਜਿਹੜੀਆਂ ਪਦਾਰਥਾਂ ਵਾਸਤੇ, ਜਿਹੜੀਆਂ ਚੀਜ਼ਾਂ ਵਾਸਤੇ ਬੰਦਾ ਦੌੜਿਆ ਭੱਜਾ ਫਿਰਦਾ ਹੈ, ਮਾਲਕ ਨੇ ਉਹਦੇ ਵਾਸਤੇ ਉਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖੀਆਂ ਨੇ, ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ, ਜੇ ਕੋਈ ਜੀਵ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਵਡਿਆਈ ਕਰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ। ਪਰ ਇੱਥੇ ਸ਼ਬਦ ਆਇਆ ਸੱਦੜਾ। ਸਾਹਿਬ ਜੀ ਕਹਿੰਦੇ ਭਈ ਪਿੱਛੋਂ ਰਾਤੀ ਮਾਲਕ ਹੀ ਅਸਲ ਵਿੱਚ ਸੱਦੇ ਦਿੰਦਾ ਹੈ, ਤੇ ਜਿਸਨਾਂ ਦੇ ਘਰ ਵਿੱਚ ਮਾਲਕ ਸੱਦੇ ਦਿੰਦਾ, ਫਿਰ ਉਹ ਉੱਠ ਕੇ ਮਾਲਕ ਦੀ ਵਡਿਆਈ ਕਰਦੇ ਨੇ। ਜਿਵੇਂ ਵਿਦਵਾਨ ਇੱਥੇ ਇੱਕ ਪ੍ਰਮਾਣ ਲਾਉਂਦੇ ਨੇ ਕਿ ਜਿਸ ਤਰ੍ਹਾਂ ਕਿਸੇ ਦੇ ਘਰ ਦੇ ਨਾਲ ਹੀ ਕੰਧ ਨਾਲ ਕੰਧ ਸਾਂਝੀ ਹੋਵੇ, ਤੇ ਉੱਥੇ ਵਿਆਹ ਰੱਖਿਆ ਹੋਵੇ, ਤੇ ਵਿਆਹ ਵਾਲੇ ਦੇ ਤੋਂ ਕੁਝ ਦਿਨ ਪਹਿਲਾਂ ਗਾਉਣ ਬਿਠਾਏ ਜਾਂਦੇ ਨੇ, ਬੀਬੀਆਂ ਜਾਂਦੀਆਂ ਨੇ, ਗਾਉਂਦੀਆਂ ਨੇ, ਤੇ ਕਹਿਣ ਲੱਗੇ ਬਿਲਕੁਲ ਜਿਹੜਾ ਨਾਲ ਘਰ ਸੀ, ਨਜ਼ਦੀਕ ਸੀ, ਕੰਧ ਨਾਲ ਕੰਧ ਸਾਂਝੀ ਸੀ, ਤੇ ਉਹ ਭੈਣ ਨਹੀਂ ਆਈ। ਤੇ ਕੁਝ ਬੀਬੀਆਂ ਨੇ ਜਾ ਕੇ ਉਹਨੂੰ ਸਵੇਰ ਦਿਨ ਚੜ੍ਹਿਆ ਤੇ ਪੁੱਛਿਆ ਕਿ ਆਪਣੇ ਗਵਾਂਢ ਹੀ ਭੈਣੇ ਵਿਆਹ ਹੈ, ਤੇ ਤੂੰ ਉਸ ਵਿਆਹ ਵਾਲੇ ਘਰ ਗਾਉਣ ਕਿਉਂ ਨਹੀਂ ਆਈ? ਤੇ ਉਹ ਅੱਗੋਂ ਜਵਾਬ ਦਿੰਦੀ ਹੈ ਕਿ ਮੈਂ ਇਸ ਕਰਕੇ ਨਹੀਂ ਆਇਆ ਕਿਉਂਕਿ ਮੈਨੂੰ ਸੱਦਾ ਨਹੀਂ ਭੇਜਿਆ ਉਹਨਾਂ ਨੇ, ਮੈਨੂੰ ਉਹਨਾਂ ਸੱਦਾ ਨਹੀਂ ਘੱਲਿਆ। ਜਿੰਨੀ ਦੇਰ ਸੱਦਾ ਨਾ ਘੱਲਦੇ ਮੈਂ ਕਿਵੇਂ ਉਹਨਾਂ ਦੇ ਘਰੇ ਜਾ ਸਕਦੀ। ਸਾਹਿਬ ਕਹਿੰਦੇ ਇੱਧਰ ਵੀ ਮਾਲਕ ਪ੍ਰਭੂ ਪਰਮਾਤਮਾ ਜਦੋਂ ਸੱਦੇ ਘੱਲਦਾ ਹੈ ਪਰਮੇਸ਼ਰ, ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਜਿਹੜੇ ਮਾਲਕ ਦੇ ਸੱਦੇ ਨੂੰ ਸੁਣ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ, ਕੀ ਕੁਝ ਮਿਲਦਾ ਉਹਨਾਂ ਨੂੰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾਲੇ। ਸਾਹਿਬ ਕਹਿੰਦੇ ਖੇਮੇ
ਛਤਰ ਸਰਾਏ 'ਚ ਦਿਸਣ ਰਥ ਪੀੜੇ। ਸਤਿਗੁਰੂ ਕਹਿੰਦੇ ਉਹਨਾਂ ਨੂੰ ਤੰਬੂ ਕਨਾਤਾਂ ਮਾਲਕ ਪ੍ਰਭੂ ਪਰਮਾਤਮਾ ਉਹਨਾਂ ਦੇ ਵਾਸਤੇ ਰਥ ਪੀੜੇ ਦਾ ਮਤਲਬ ਹੈ ਤਿਆਰ ਨੇ ਰਥ ਉਹਨਾਂ ਉਹਦੇ ਵਾਸਤੇ। ਸਾਰੀਆਂ ਚੀਜ਼ਾਂ ਮਾਲਕ ਪ੍ਰਭੂ ਪਰਮਾਤਮਾ ਉਹਦੇ ਵਾਸਤੇ ਤਿਆਰ ਲਈ ਬੈਠਾ ਹੈ। ਕਿਹਦੇ ਵਾਸਤੇ? ਜਿਨੀ ਤੇਰਾ ਨਾਮ ਧਿਆਇਆ। ਸਾਹਿਬ ਜੀ ਕਹਿੰਦੇ ਨੇ ਤਿੰਨ ਕੋ ਸੱਧ ਮਿਲੇ। ਸੱਧ ਮਿਲੇ ਦਾ ਮਤਲਬ ਸੱਦਾ ਮਾਰ ਕੇ, ਆਵਾਜ਼ ਮਾਰ ਕੇ ਮਾਲਕ ਪਰਮਾਤਮਾ ਉਹਨਾਂ ਨੂੰ ਇਹ ਦਾਤਾਂ ਦਿੰਦਾ ਹੈ। ਪਰਮੇਸ਼ਰ ਆਪ ਦਿੰਦਾ ਹੈ ਦਾਤਾਂ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਹੇ ਭਾਈ ਇਸ ਤਰ੍ਹਾਂ ਅੰਮ੍ਰਿਤ ਵੇਲੇ ਨੂੰ ਨਹੀਂ ਸਾਨੂੰ ਜਿਹੜਾ ਹੈ ਉਹ ਸੌਂ ਕੇ ਨਹੀਂ ਨਗਾਉਣਾ ਚਾਹੀਦਾ, ਜ਼ਰੂਰ ਸੰਭਾਲ ਕਰਨੀ ਚਾਹੀਦੀ ਅੰਮ੍ਰਿਤ ਵੇਲੇ ਦੀ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਸਿੱਖ ਆਏ, ਜਿਨ੍ਹਾਂ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਫਿਰਨਾ ਤੇ ਭਾਈ ਜੋਧ ਆਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕਹਿਣ ਲੱਗੇ ਮਹਾਰਾਜ ਕੋਈ ਉਪਦੇਸ਼ ਸਾਨੂੰ, ਜੋ ਅਸੀਂ ਆਪ ਜੀ ਦਾ ਉਪਦੇਸ਼ ਕਮਾ ਸਕੀਏ ਤੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਈਏ, ਕੋਈ ਉਪਦੇਸ਼ ਬਖਸ਼ੋ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਜੋਧ ਤੇ ਭਾਈ ਫਿਰਨਾ ਨੂੰ ਇਹੀ ਉਪਦੇਸ਼ ਦਿੱਤਾ ਸੀ, ਜਿਹੜਾ ਨਾਨਕ ਪ੍ਰਕਾਸ਼ ਦੇ ਵਿੱਚ ਬੜੇ ਪਿਆਰੇ ਬਚਨ ਲਿਖੇ ਨੇ। ਸਾਹਿਬ ਨੇ ਇਹੀ ਕਿਹਾ ਸੀ, ਪਿਛਲੀ ਨਿਸ਼ਾ ਕਰੋ ਇਸ਼ਨਾਨਾ। ਪਿਛਲੀ ਨਿਸ਼ਾ ਦਾ ਮਤਲਬ ਹੈ ਅੰਮ੍ਰਿਤ ਵੇਲਾ। ਪਿਛਲੀ ਨਿਸ਼ਾ ਕਰੋ ਇਸ਼ਨਾਨਾ, ਮਨ ਨੀਵੇ ਸਤਸੰਗਤ ਜਾਏ। ਸਾਹਿਬ ਜੀ ਕਹਿੰਦੇ ਨੇ ਸਦ ਸ਼ਬਦ ਅਭਿਆਸ ਪਰਮਾਨਾ। ਪਿਛਲੀ ਰਾਤ ਉੱਠ ਕੇ ਅੰਮ੍ਰਿਤ ਵੇਲੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਸ਼ਨਾਨ ਕਰਨਾ, ਸਦ ਸ਼ਬਦ ਅਭਿਆਸ ਪਰਮਾਨਾ। ਉਸ ਮਾਲਕ ਪ੍ਰਭੂ ਵਾਹਿਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ, ਵਾਹਿਗੁਰੂ ਦੇ ਸ਼ਬਦ ਦੀ ਕਮਾਈ ਕਰਨੀ। ਤੇ ਸਾਹਿਬ ਜੀ ਕਹਿੰਦੇ ਮਨ ਨੀਵੇ ਸਤਸੰਗਤ ਜਾਏ, ਗੁਰ ਕੋ ਸ਼ਬਦ ਸੁਣੋ ਚਿਤ ਲਾਏ, ਜਾਣੇ ਵਾਹਿਗੁਰੂ ਕੋ ਸੁਆਮੀ, ਦਾਸ ਆਪ ਕੋ ਲਖੇ ਸੁਖਾਮੀ। ਸਾਹਿਬ ਕਹਿੰਦੇ ਗੁਰਬਾਣੀ ਕੋ ਮੰਨਣ ਕਰਨਾ, ਜੇ ਚਿਤ ਚਾਹੋ ਭਵ ਤਰਨਾ। ਜੇ ਭਵਜਲ ਨੂੰ ਤਰਨਾ ਚਾਹੁੰਦੇ ਹੋ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਪ੍ਰਭੂ ਮਹਾਰਾਜ ਜੀ ਦੀ ਵਡਿਆਈ ਕਰਨੀ। ਅੱਜ ਦੇ ਸ਼ਬਦ ਵਿੱਚ ਜਿੱਥੇ ਅੰਮ੍ਰਿਤ ਵੇਲੇ ਪਪੀਹੇ ਦੀ ਗੱਲ ਕੀਤੀ ਬੋਲਿਆ, ਅਗਲਾ ਸ਼ਬਦ ਹੈ ਪੁਕਾਰ। ਹੁਣ ਪਪੀਹਾ ਤੇ ਅੰਮ੍ਰਿਤ ਵੇਲੇ ਉੱਠਿਆ, ਉਸਨੇ ਮਾਲਕ ਪ੍ਰਭੂ ਦੀ ਵਡਿਆਈ ਕੀਤੀ ਤੇ ਪੁਕਾਰ ਕੀਤੀ, ਅਰਦਾਸ ਕੀਤੀ, ਅਰਜ਼ੋਈ ਕੀਤੀ। ਅਰਜ਼ੋਈ ਤੋਂ ਭਾਵ ਹੁੰਦਾ ਹੈ ਆਪਣੇ ਅੰਤਰ ਆਤਮੇ 'ਚੋਂ ਸ਼ਬਦ ਕਹਿਣੇ। ਅਰਦਾਸ ਦਾ ਭਾਵ ਹੈ ਕਿ ਜੀਵ ਨੇ ਆਪਣੇ ਅੰਦਰ ਦੀ ਪੁਕਾਰ ਮਾਲਕ ਦੇ ਦਰ ਤੇ ਕਰਨੀ। ਬੜੇ ਸ਼ਬਦ ਨੇ ਅਰਦਾਸ ਸੰਬੰਧੀ। ਸਾਹਿਬ ਕਿਰਪਾ ਕਰਦੇ ਨੇ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਵਿਦਵਾਨ ਕਹਿੰਦੇ ਨੇ ਜਿਹੜੀ ਗੱਲ ਦਵਾਈ ਨਾਲ ਨਾ ਬਣਦੀ ਹੋਵੇ ਉਹ ਦੁਆ ਨਾਲ ਬਣ ਜਾਂਦੀ ਹੈ। ਬੜੇ ਪਿਆਰੇ ਸ਼ਬਦ ਨੇ ਕਿਸੇ ਵਿਦਵਾਨ ਦੇ। ਉਹ ਲਿਖਦਾ ਹੈ, ਜੋ ਬਾਤ ਦਵਾ ਸੇ ਨਾ ਹੋ, ਭਾਵ ਦਵਾ ਤੋਂ ਜਿਹੜੀ ਦਵਾਈ ਹੈ ਉਹਦੇ ਤੋਂ ਹੈ। ਜੋ ਬਾਤ ਦਵਾ ਸੇ ਨਾ ਹੋ ਉਹ ਬਾਤ ਕਹਿੰਦਾ ਦੁਆ ਸੇ ਹੋਤੀ ਹੈ। ਦੁਆ ਦਾ ਅਰਥ ਬਣ ਗਿਆ ਪ੍ਰਭੂ ਦੇ ਚਰਨਾਂ 'ਚ ਅਰਜ਼ੋਈ। ਦਵਾ ਤੇ ਦੁਆ ਦੋ ਸ਼ਬਦ ਨੇ। ਪਹਿਲੇ 'ਚ ਕਹਿ ਦਿੱਤਾ ਕਿ ਜਿਹੜੀ ਗੱਲ ਦਵਾਈ ਨਾਲ ਨਹੀਂ ਬਣੀ ਉਹ ਬਾਤ ਦੁਆ ਸੇ ਹੋਤੀ ਹੈ। जब मुर्शिद कामिल मिलता है तो बात खुदा से होती है। कोई मुर्शिद कामिल मिल जाए, पूरा गुरु मिल जाए तो परमात्मा वाहिगुरु दे नाल मिलाप करा दिंदा है। सतगुरु महाराज जी अरदास संबंधी होर भी बचन ने, तीने ताप निवारण हारा, दुख हंता सुख रास, ताको बिगड़ न को लागे जाकी प्रभ आगे अरदास। सतगुरु महाराज जी कहते जो एक होर भी बचन किया गया, भाई अरदास मालक दे दर ते करी। ते मेरे साहब कहते ने तेरी अरदास तू अपनी भावना गुरु अगे प्रगट करी, पर प्रगट करी जन बन के, फिर तेरी अरदास व्यर्थ नहीं मालक जान देगा। बिरथी कदे न हो गई जन की अरदास, नानक जोर गोविंद का पूर्ण गुण तास। एक शब्द विच गुरु साहब कहते हुक्म ना करी, उत्थे हुक्म नहीं चलना, नानक हुक्म ना चलई, नाल खसम चलै अरदास। भई मालक दे दर ते जाके हुक्म ना चलावी, ਉਹਦੇ ਦਰ ਦੇ ਉੱਤੇ ਜਾ ਕੇ ਅਰਜ਼ੋਈ ਕਰੀ, ਨਿਮਾਣਾ ਹੋ ਕੇ ਟਹਿ ਪਵੇਂ ਗੁਰੂ ਦੇ ਦਰ ਉੱਤੇ ਤੇ ਜਾ ਕੇ ਇਹ ਕਹਿ ਦੇਵੀਂ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਭਈ ਗੁਰੂ ਦੇ ਚਰਨ ਵਿੱਚ ਜਾ ਕੇ ਜਦੋਂ ਭਾਵਨਾ ਨਾਲ ਮਾਲਕ ਦੇ ਦਰ ਉੱਤੇ ਅਰਦਾਸ ਕਰੇਗਾ ਤੇ ਮੇਰੇ ਸਾਹਿਬ ਕਹਿੰਦੇ ਤੇਰੀ ਇਸ ਅਰਦਾਸ ਨੂੰ, ਤੇਰੀ ਇਸ ਅਰਜ਼ੋਈ ਨੂੰ ਮੇਰਾ ਮਾਲਕ ਪ੍ਰਭੂ ਪਰਮਾਤਮਾ ਪ੍ਰਵਾਨ ਕਰ ਲਏਗਾ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਕਿਰਪਾ ਕਰਦੇ ਨੇ ਕਿ ਜੀਵ ਰੂਪੀ ਪਪੀਹੇ ਨੇ ਅੰਮ੍ਰਿਤ ਵੇਲੇ ਮਾਲਕ ਦੇ ਦਰ ਉੱਤੇ ਪੁਕਾਰ ਕਿਹੜੀ ਕੀਤੀ? ਪੁਕਾਰ ਕਿ ਹੇ ਵਾਹਿਗੁਰੂ, ਮੈਂ ਜਨਮਾਂ ਜਨਮਾਤਰਾਂ ਦਾ ਵਿਛੜਿਆ ਪਿਆ ਤੇਰੇ ਤੋਂ। ਹੇ ਮਾਲਕ ਜੀ, ਮੇਰੀ ਇਹ ਅਰਦਾਸ ਹੈ ਕਿ ਉਹ ਜਨਮਾਂ ਜਨਮਾਤਰਾਂ ਦੇ ਵਿਛੜੇ ਨੂੰ ਤੁਸੀਂ ਮਿਲਾ ਲਵੋ।
बहुत जन्म बिछड़े थे माधो, ये जन्म तुम्हारे लेखे कह रविदास। आस लग जीव चिर भयो दर्शन देखे, ये अरदास करके हम भीख पेखारी तेरे। तू निज पत है दाता, नाम दियो मंगत जन को सदा रहूं रंग राता। ये अरदास कर मालक दे दर ते कि हे वाहिगुरू, जन्मां जन्मांतरां दा विछड़िया पिया हो आया दूरों चल के, मैं तकी तो शरणाए जियो। मैं आशा रखी चित में मेरा सबो दुख गवाए जियो। ये अरजोई कर उस मालक दे दर उत्ते। ते साहब कहंदे मालक फिर तेरी इस अरदास नूं पुकार नूं जरूर सुन लवेगा। ते सुन के फिर परमेश्वर मेघ रूपी बदल नूं आग्ञा देवेगा, जो गुरु तेरे उत्ते फिर नाम दी वरखा करके सतगुरु महाराज जी कहते तेनों सदा लई तृप्त कर देवेगा। धन गुरु अमरदास महाराज जी कृपा कर रहे ने। बाबीहा अमृत वेले बोलिया, जीव रूपी पपीहे ने अमृत वेले उस मालक दे दर उत्ते बोलिया है, कुछ किया है। तां दर सुनी पुकार, इस जीव ने अमृत वेले उठ के उस मालक प्रभु परमात्मा दे चरनां विच जीव रूपी पपीहे ने अपनी जबान तो कुछ किया है। ते इहदे जिहड़ी पुकार कीती, जिहड़ी अरजोई कीती, साहब जी कहंदे सुनी गई मालक दे दर उत्ते, प्रवान हो गई मालक दे दर उत्ते। मेघै नूं फुरमान होवा, इत्थे मेघे तो भाव है गुरु रूप बदल नूं। प्रभु परमात्मा परमेश्वर ने हुक्म कर दिता, मेघै नूं फुरमान होवा वरसो किरपा धार। प्रभु परमात्मा परमेश्वर ने गुरु रूपी बदल नूं हुक्म कीता कि जाओ तुसीं वरखा करो नाम दी। गुरु नानक देव महाराज जी नूं प्रभु परमात्मा परमेश्वर ने आप ही संसार ते भेज के ही गल किया सी कि सतगुरु महाराज ने कहा सी, मैं पार ब्रह्म परमेश्वर तू गुर परमेश्वर, अपने दोनों विच कोई अंतर नहीं है। विद्वान कहते ने जन्म साखी विच लिखिया है कि गुरु नानक देव महाराज ने कहा सी, है नानक ये नाम का प्याला लैके जा, ये नाम का प्याला जाके मनुखता नूं पिया तू, जिहड़ा इस नाम के प्याले नूं छकेगा उहदा भला हुंदा जाएगा। भाव गुरु नानक देव महाराज जी प्रभु परमात्मा के दर तो नाम का प्याला लियाए, जो उन्होंने लिया के पूरे संसार नूं छकाया, पूरे संसार वास्ते वरताया। पर वखरी गल है कि गुरु नानक महाराज जी के उस प्याले नूं नहीं कोई समझ सकिया ते नहीं कोई पी सकिया। साहब जी कहते जिन्हां जिन्हां ने गुरु नानक महाराज जी के उस नाम रूपी प्याले नूं छक लिया, उन्हां दा भाई लोक ते परलोक गुरु नानक देव महाराज जी ने सवार दिता। साहब कृपा करते ने, परमेश्वर ने गुरु रूप बदल नूं हुक्म कीता ते गुरु ने फिर आके नाम दी वरखा कर दिती। साहब कहते मेघै नूं फुरमान होआ बरसो किरपा धार, फिर कृपा रहमत वरताई गुरु ने। साहब कहते हों तिन कै बलिहार ने, जिन्नी सच रखिया उर धार। भई उन्हां तो कुर्बान जाइए, बलिहार ते सदके जाइए जिन्हां ने हिरदे विच सच्चे परमात्मा वाहिगुरु नाल सांझ पा ली, जिन्हां सच नाल सांझ पा ली, क्योंकि सच सबना का खसम है। साहब जी कहते सच ही असल विच प्रभु परमात्मा परमेश्वर की है सच रूप। तो साहब जी कहते सच नाल परमेश्वर नाल जिन्हां दी सांझ पै गई, उन्हां तो बलिहार जाइए, उन्हां तो कुर्बान जाइए, उन्हां जीवां तो सदके जाना चाहिए। नानक नामे सब हरियावली, गुर कै शब्द विचार। भाई जिथे जिथे जीव पपीहा ने पुकारा कीतियां ते प्रभु परमात्मा दे नाम दी वरखा करके उन्होंने हरिया भरिया करता, सुक्का जीवन हरा भरिया हो गया। जिवें साहब जी दे बचन ने, सुक्के कास्ट हरिया, सुक्की लकड़ हरी होने तो भाव है कि जीव जिहड़े विकारां दे विच खचित होए सन, सुक्के पए सी, जिन्हां दा मन आत्मा जिहड़ी है वो सुक्की पई, गुरु ने उस मन नूं आत्मा नूं नाम दा जल दे के हरिया भरिया कर दिता। सुके हरे कीए खिन माहे। साहब कहते छिन विच ही परमात्मा ने सुकिया जीवां नूं हरिया भरिया करता। भाव इत्थे है कि जीव का जिहड़ा जीवन है, मालक प्रभु परमात्मा ने हरियावल दे विचों सानूं खुशी महसूस हुंदी है, हरियावल चंगी लगती है। मनुख का जीवन हरिया भरिया भाव के सुंदर हो जाता है, सोहना हो जाता है। साहब जी कहते पर किवें होया? शब्द विचार राही, शब्द के विचार नूं समझ के मन के कमा के। सतगुरु महाराज जी का अगला श्लोक भी नाल ही उसकी व्याख्या करता है। साहब जी अगले श्लोक में कृपा करते हैं, बबीहा एव तेरी तिखा न उतरै, जे सो करें पुकार। बबीहा तू सियाणप चतराई नाल जे आखे मैं उन्होंने पा लवां, इस तरह तेरी जड़ी है तिखा नहीं मिट सकती, इस तरह तेरी तृष्णा खत्म नहीं हो सकती। तू उस मालक के दर ते ढह के अरजोई करी
ਤੇ ਸਾਹਿਬ ਜੀ ਕਹਿੰਦੇ ਉਸ ਮਾਲਕ ਦੇ ਦਰ ਤੇ ਹੁਕਮ ਨਾ ਚਲਾਵੇਂ। ਜੇ ਹੁਕਮ ਚਲਾਵੇਂਗਾ ਫਿਰ ਭਾਵੇਂ 100 ਵਾਰੀ ਜਾ ਕੇ ਤੂੰ ਉਸ ਮਾਲਕ ਦੇ ਚਰਨਾਂ ਵਿੱਚ ਹੁਕਮ ਰੂਪ ਦੇ ਵਿੱਚ ਜੇ ਤੂੰ ਜਾ ਕੇ ਭਾਵੇਂ ਜਿੰਨੀ ਵਾਰ ਮਰਜੀ ਮਾਲਕ ਦੇ ਦਰ ਤੇ ਜਾਈ ਜਾਵੀਂ, ਉਹਦੇ ਦਰ ਤੇ ਹੁਕਮ ਨਹੀਂ, ਉਹਦੇ ਦਰ ਤੇ ਢਹਿ ਕੇ ਜੇ ਤੂੰ ਪੁਕਾਰ ਕਰੇਂਗਾ ਤਾਂ ਸੁਣੀ ਜਾਣੀ ਹੈ। ਭਾਵ ਜੀਵ ਨੂੰ ਕਿਹਾ ਹੈ, ਐ ਜੀਵ ਜੇ ਤੂੰ ਆਪਣੀ ਸਿਆਣਪ ਚਲਾਕੀ ਚਤਰਾਈ ਨਾਲ ਕਵੇਂ ਕੁਝ ਮੈਂ ਪਾ ਲਵਾਂ, ਇਸ ਤਰ੍ਹਾਂ ਨਹੀਂ ਕੁਝ ਮਿਲਣਾ, ਭਾਵੇਂ 100 ਵਾਰ ਤੂੰ ਯਤਨ ਕਰੀ। ਸਾਹਿਬ ਜੀ ਕਹਿੰਦੇ ਇੱਦਾਂ ਤੇਰੀ ਪੁਕਾਰ ਨਹੀਂ ਸੁਣੀ ਜਾਣੀ। ਨਦਰੀ ਸਤਿਗੁਰ ਪਾਈਐ ਨਦਰੀ ਉਪਜੈ ਪਿਆਰ, ਭਈ ਉਹਦੀ ਨਿਗਾਹ ਦੇ ਪਾਤਰ ਬਣਨਾ ਹੈ, ਉਹਦੀ ਨਿਗਾਹ ਦੇ ਪਾਤਰ ਬਣਨਾ। ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਸਮਾਜ ਦੀ ਨਿਗਾਹ ਤੋਂ ਉੱਪਰ ਉੱਠਣਾ ਹੈ, ਪ੍ਰਭੂ ਦੀ ਨਿਗਾਹ ਦੇ ਥੱਲੇ ਰਹਿਣਾ ਹੈ, ਪਰਮੇਸ਼ਰ ਦੀ ਦ੍ਰਿਸ਼ਟੀ ਦੇ ਥੱਲੇ ਰਹਿਣਾ ਹੈ ਤੇ ਸਮਾਜ ਦੀ ਨਿਗਾਹ ਤੋਂ ਉੱਪਰ ਉੱਠਣਾ ਹੈ। ਇਹ ਸਮਝਣਾ ਬੜਾ ਜ਼ਰੂਰੀ ਹੁੰਦਾ ਹੈ। ਸਾਹਿਬ ਜੀ ਕਹਿੰਦੇ ਉਹਦੀ ਨਦਰ ਦੇ ਪਾਤਰ ਬਣਨਾ ਹੈ, ਉਹਦੀ ਨਿਗਾਹ ਦੇ ਨਦਰ ਦੇ ਹੇਠ ਚੱਲਣਾ ਹੈ ਪ੍ਰਭੂ ਪਰਮਾਤਮਾ ਦੇ। ਜੇ ਉਹਦੀ ਨਿਗਾਹ ਦੇ ਹੇਠ, ਉਹਦੀ ਨਦਰ ਦੇ ਹੇਠ ਚੱਲੇਗਾ ਤੇ ਸਾਹਿਬ ਜੀ ਕਹਿੰਦੇ ਫਿਰ ਉਹਦੀ ਨਦਰ ਵਿੱਚ ਹੀ ਸਤਿਗੁਰੂ ਮਿਲੇਗਾ ਤੇ ਤੇਰੇ ਅੰਦਰੋਂ ਫਿਰ ਉਹ ਜਿਹੜਾ ਪਿਆਰ ਉਪਜੇਗਾ ਪ੍ਰਭੂ ਪਰਮਾਤਮਾ ਨੂੰ ਮਿਲਣ ਲਈ। ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਹੇ ਵਿਕਾਰ। ਸਾਹਿਬ ਜੀ ਕਹਿੰਦੇ ਜਦੋਂ ਸਾਹਿਬ ਮਨ ਵਿੱਚ ਵਸ ਜਾਏਗਾ ਤੇ ਇਹ ਜੀਵ ਰੂਪੀ ਪਪੀਹੇ ਤੇਰੇ ਅੰਦਰ ਦੇ ਸਾਰੇ ਵਿਕਾਰ ਖਤਮ ਹੋ ਜਾਣਗੇ। ਮਾਲਕ ਦੇ ਦਰ ਦੇ ਉੱਤੇ ਤੇਰੀ ਕੀਤੀ ਅਰਜ਼ੋਈ ਪ੍ਰਵਾਨ ਹੋ ਜਾਵੇਗੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਜ ਦੇ 2 ਸ਼ਲੋਕਾਂ ਵਿੱਚ ਸਾਹਿਬ ਨੇ ਜੀਵ ਰੂਪੀ ਪਪੀਹੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ ਕਿ ਭਾਈ ਤੂੰ ਅੰਮ੍ਰਿਤ ਵੇਲੇ ਉਸ ਮਾਲਕ ਦੀਆਂ ਵਡਿਆਈਆਂ ਕਰ, ਪਰਮੇਸ਼ਰ ਦੀਆਂ ਉਹਦੀ ਸਿਫਤ ਸਲਾਹ ਕਰ, ਉਹਦੇ ਚਰਨਾਂ 'ਚ ਅਰਦਾਸ ਅਰਜ਼ੋਈ ਕਰਨੀ ਤੇ ਅੰਮ੍ਰਿਤ ਵੇਲਾ ਸੰਭਾਲਣਾ। 2 ਸ਼ਬਦ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਨੂੰ ਬਖਸ਼ੇ ਨੇ। ਅਸੀਂ ਮਾਲਕ ਦੇ ਦਰ ਦੇ ਉੱਤੇ ਬਸ ਇਹੀ ਅਰਦਾਸ ਕਰਕੇ ਇੱਕ ਤਾਂ ਅੰਮ੍ਰਿਤ ਵੇਲਾ ਸੰਭਾਲੀਏ, ਦੂਸਰਾ ਜਿਹੜਾ ਹੈ ਉਹ ਮਾਲਕ ਦੇ ਦਰ ਤੇ ਅਰਜ਼ੋਈ ਕਰੀਏ। ਅੰਮ੍ਰਿਤ ਵੇਲੇ ਦੀ ਵੀ ਅਰਦਾਸ ਕਰੀਏ ਕਿ ਮਾਲਕ ਕਿਰਪਾ ਕਰਕੇ ਸਾਨੂੰ ਬਖਸ਼ੇ। ਤੋ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਦਾਤ, ਨਾਮ ਬਾਣੀ ਦੀ ਦਾਤ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ ਭੁੱਲ ਚੁੱਕ ਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।